ਮੈਂ ਕੀਤਿਆਂ ਉਹ ਨਜ਼ਰ ਨਾ ਆਵੇ। ਮੈਂ ਕੀਤਿਆਂ ਉਹ ਨਜ਼ਰ ਨਾ ਆਵੇ। ਉਹ ਤਾਂ ਰਹਿੰਦਾ ਮੈਂ ਦੇ ਓਲੇ, ਹਰ ਘਟੇ ਅੰਦਰ ਮੇਰਾ ਸਾਈਂ ਵਸਦਾ। ਹਰ ਘਟੇ ਅੰਦਰ ਮੇਰਾ ਸਾਈਂ ਵਸਦਾ ਤੇ ਮੂਰਖ ਬਾਹਰੋਂ ਟੋਲੇ। ਤੁਹਾਡੇ ਨਾਲ ਅਸੀਂ ਪੰਜਾਬੀ ਕਵਿਤਾ ਦੀ ਕਿਸੇ ਨਾ ਕਿਸੇ ਕਵੀ ਦੀ ਮੁਲਾਕਾਤ ਕਰਾਉਂਦੇ ਹਾਂ ਜਿਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਆਪਣਾ ਅਣਮੁੱਲਾ ਯੋਗਦਾਨ ਪਾਇਆ ਹੁੰਦਾ ਹੈ। ਅੱਜ ਜਿਸ ਸ਼ਖਸੀਅਤ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਾਉਣ ਜਾ ਰਹੇ ਹਾਂ ਉਹਨਾਂ ਦਾ ਨਾਮ ਹੈ ਸਰਦਾਰ ਹਰਦਰਸ਼ਨ ਸਿੰਘ ਕਮਲ। ਉਹਨਾਂ ਦਾ ਸਾਹਿਤਕ ਸਫ਼ਰ ਉਹਨਾਂ ਦੀ ਪਹਿਲੀ ਕਿਤਾਬ ਉਜਾੜ ਪਈਆਂ ਰਾਹਾਂ ਨਾਲ ਸ਼ੁਰੂਆਤ ਹੋਇਆ। ਉਹਨਾਂ ਦੀ ਕਿਤਾਬ ਦੇ ਮੁੱਖ ਬੰਦ ਵਿੱਚ ਡਾਕਟਰ ਜੋਗਿੰਦਰ ਸਿੰਘ ਜੀ ਕੈਰੋਂ ਹੋਣਾ ਨੇ ਕਿਹਾ ਸੀਗਾ ਕਿ ਸਰਦਾਰ ਹਰਦਰਸ਼ਨ ਸਿੰਘ ਕਮਲ ਦੇ ਆਉਣ ਨਾਲ ਪੰਜਾਬੀ ਕਵਿਤਾ ਦੇ ਵਿੱਚ ਇੱਕ ਨਵਾਂ ਆਗਾਜ਼ ਸ਼ੁਰੂਆਤ ਹੋਏਗਾ। ਆਪਣੀ ਦੂਜੀ ਕਿਤਾਬ ਲੈ ਕੇ ਸਰੋਤਿਆਂ ਦੇ ਬਹੁਤ ਜਲਦੀ ਰੂਬਰੂ ਹੋ ਰਹੇ ਹਨ। ਆਓ ਉਹਨਾਂ ਨਾਲ ਅਸੀਂ ਤੁਹਾਡੀ ਡਾਇਰੈਕਟ ਗੱਲ ਕਰਵਾਉਂਦੇ ਹਾਂ। ਸਰਦਾਰ ਹਰਦਰਸ਼ਨ ਸਿੰਘ ਜੀ ਕਮਲ ਜੀ, ਤੁਹਾਡਾ ਸਾਡੇ ਸਟੂਡੀਓ ਵਿੱਚ ਸਵਾਗਤ ਹੈ ਜੀ। ਧੰਨਵਾਦ ਜੀ। ਹਰਦਰਸ਼ਨ ਸਿੰਘ ਜੀ, ਤੁਸੀਂ ਆਪਣੇ ਬਾਰੇ ਅਤੇ ਆਪਣੇ ਪਰਿਵਾਰ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਸਭ ਤੋਂ ਪਹਿਲਾਂ ਮੈਂ ਇੰਡੋ ਏਸ਼ੀਆ ਚੈਨਲ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਉਹਨਾਂ ਨੇ। ਮੇਰਾ ਨਾਮ ਹਰਦਰਸ਼ਨ ਸਿੰਘ ਕਮਲ, ਜਿੱਦਾਂ ਕਿ ਸੁਖਵੰਤ ਜੀ ਨੇ ਦੱਸ ਦਿੱਤਾ ਹੈ। ਮੇਰਾ ਜਨਮ 10 ਮਈ 1986 ਵਿੱਚ ਪਿੰਡ ਪਿੱਦੀ ਵਿਖੇ ਸਰਦਾਰ ਸੁੱਚਾ ਸਿੰਘ ਜੀ ਅਤੇ ਮਾਤਾ ਗੁਰਬਚਨ ਕੌਰ ਜੀ ਦੀ ਕੁੱਖੋਂ ਹੋਇਆ। ਘਰ ਵਿੱਚ ਤੰਗੀਆਂ ਤੁਰਸ਼ੀਆਂ ਹੋਣ ਦੇ ਬਾਵਜੂਦ ਮੇਰੇ ਪਿਤਾ ਜੀ ਨੇ ਮੈਨੂੰ ਉੱਚ ਵਿੱਦਿਆ ਲਈ ਹਮੇਸ਼ਾ ਹੌਸਲਾ ਦਿੱਤਾ, ਮੇਰੇ ਨਾਲ ਖੜਦੇ ਰਹੇ। ਉਹਨਾਂ ਦੀ ਬਦੌਲਤ ਹੀ ਮੈਂ ਅੱਜ ਇੱਥੇ ਬੈਠਾ ਹਾਂ। ਉਹਨਾਂ ਦੇ ਜ਼ਰੀਏ ਹੀ ਮੈਨੂੰ ਜਿਹੜਾ ਕਵਿਤਾ ਦਾ ਜਿਹੜਾ ਸ਼ੌਂਕ ਹੈ ਪੈਦਾ ਹੋਇਆ। ਮੇਰੇ ਪਿਤਾ ਜੀ ਅਕਸਰ ਆਪਣੀਆਂ ਲਿਖੀਆਂ ਹੋਈਆਂ ਕਵਿਤਾਵਾਂ ਬੋਲਦੇ ਹੁੰਦੇ ਸੀ। ਉਹਨਾਂ ਨੂੰ ਵੇਖ ਕੇ ਇਹ ਜਿਹੜਾ ਕਵਿਤਾ ਦਾ ਸ਼ੌਂਕ ਜਿਹੜਾ ਮੈਨੂੰ ਲੱਗਾ ਜੀ। ਹਰਦਰਸ਼ਨ ਸਿੰਘ ਜੀ, ਤੁਹਾਡੀ ਪਹਿਲੀ ਕਿਤਾਬ ਕਦੋਂ ਅਤੇ ਕਿਹੜੀ ਸੀ ਅਤੇ ਉਸ ਦਾ ਮੁੱਖ ਵਿਸ਼ਾ ਕੀ ਸੀਗਾ, ਉਹਦੇ ਬਾਰੇ ਜ਼ਰੂਰ। ਮੇਰੀ ਪਹਿਲੀ ਕਿਤਾਬ ਜੁਲਾਈ 2012 ਵਿੱਚ ਪ੍ਰਕਾਸ਼ਿਤ ਹੋਈ ਸੀ, ਉਜਾੜ ਪਈਆਂ ਰਾਹਾਂ। ਇਸ ਕਿਤਾਬ ਦਾ ਜਿਹੜਾ ਸਬੱਬ ਆ ਇਸ ਤਰ੍ਹਾਂ ਬਣਿਆ ਕਿ ਸਰਦਾਰ ਜੋਗਿੰਦਰ ਸਿੰਘ ਜੀ ਫੁੱਲ ਹੋਣੀ ਉਸ ਸਮੇਂ ਮਾਝੇ ਦੇ ਮੋਤੀ ਮਹਾਨ ਕੋਚ ਜਿਹੜਾ ਵਾ ਉਹ ਲਿਖ ਰਿਹਾ ਸੀ। ਉਹਨਾਂ ਨੇ ਮੇਰੀ ਰਹਿਨੁਮਾਈ ਕੀਤੀ, ਜਿਸ ਵਿੱਚ ਸਰਦਾਰ ਕੀਰਤ ਪ੍ਰਤਾਪ ਸਿੰਘ ਪੰਨੂ ਜੀ, ਡਾਕਟਰ ਜੋਗਿੰਦਰ ਸਿੰਘ ਕੈਰੋਂ, ਸਰਦਾਰ ਸ਼੍ਰੀ ਨਰੇਸ਼ ਕੋਹਲੀ ਜੀ, ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਮੈਨੂੰ ਇਸ ਕਿਤਾਬ ਨੂੰ ਲੋਕਾਂ ਦੇ ਰੂਬਰੂ ਕਰਨ ਦਾ ਜਿਹੜਾ ਮੌਕਾ ਮਿਲਿਆ। ਇਸ ਕਿਤਾਬ ਦਾ ਜਿਹੜਾ ਮੁੱਖ ਵਿਸ਼ਾ ਹੈਗਾ ਸੀ ਉਹ ਹੈਗਾ ਸੀ ਗੁਰਬਤ ਭਰੀ ਜ਼ਿੰਦਗੀ ਨੂੰ ਲੋਕਾਂ ਦੇ ਰੂਬਰੂ ਕਰਨਾ। ਆਰਥਿਕ ਤੰਗੀਆਂ ਵਿੱਚ ਜਦੋਂ ਇਨਸਾਨ ਹੁੰਦਾ ਹੈ ਤੇ ਉਸ ਨੂੰ ਉਹਨਾਂ ਆਰਥਿਕ ਤੰਗੀਆਂ ਤੋਂ ਕਿਸ ਤਰ੍ਹਾਂ ਬਾਹਰ ਆਉਣਾ ਹੈ, ਉਹਨਾਂ ਦਾ ਆਰਥਿਕ ਪੱਧਰ ਕਿਸ ਤਰ੍ਹਾਂ ਹੁੰਦਾ ਹੈ, ਇਸ ਬਾਰੇ ਜਿਹੜੇ ਵਿਸ਼ੇ ਜਿਹੜੇ ਲੈ ਗਏ ਸੀ। ਕਮਲ ਭਾਜੀ, ਤੁਸੀਂ ਆਪਣੀਆਂ ਕਵਿਤਾਵਾਂ ਦੇ ਵਿੱਚ ਗੁਰਬਤ ਨਾਲ ਲਿਤੜੇ ਹੋਏ ਲੋਕਾਂ ਦੀ ਗੱਲ ਕਰਦੇ ਹੋ। ਤੁਹਾਡੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਉਜਾੜ ਪਈਆਂ ਰਾਹਾਂ ਵਿੱਚ ਹੀ ਹੈ। ਜਿਹੜੀ ਤੁਹਾਡੀ ਨਵੀਂ ਕਿਤਾਬ ਆ ਰਹੀ ਹੈ, ਸਾਨੂੰ ਉਹਦੇ ਬਾਰੇ ਕੁਝ ਜਾਣਕਾਰੀ ਦਿਓ। ਮੇਰੀ ਨਵੀਂ ਕਿਤਾਬ ਦਾ ਨਾਮ ਵਿਰਾਗ ਮਾਲਾ ਹੈ। ਜਿਹੜੀ ਮੇਰੀ ਕਿਤਾਬ ਜਿਹੜੀ ਆ ਉਹ ਅੱਜ ਜੋ ਕਰੋਨਾ ਦੀ ਮਹਾਮਾਰੀ ਫੈਲ ਰਹੀ ਆ ਜਾਂ ਚੱਲ ਰਹੀ ਆ ਉਹਦੇ ਕਾਰਨ ਜਿਹੜੀ ਉਹ ਲੋਕ ਅਰਪਿਤ ਨਹੀਂ ਹੋ ਚੁੱਕੀ। ਮੇਰੀ ਜਿਹੜੀ ਕਿਤਾਬ ਹੈ ਵਿਰਾਗ ਮਾਲਾ ਉਹ ਛਪ ਚੁੱਕੀ ਹੈ। ਜਦੋਂ ਹੀ ਪ੍ਰਮਾਤਮਾ ਵੱਲੋਂ ਇਸ ਜਿਹੜੀ ਆਫਤ ਆਈ ਹੋਈ ਹੈ ਖਤਮ ਹੁੰਦੀ ਆ, ਮੈਂ ਬਹੁਤ ਜਲਦੀ ਜਿਹੜੀ ਉਹ ਕਿਤਾਬ ਲੋਕਾਂ ਦੇ ਸਾਹਮਣੇ ਲੋਕ ਅਰਪਿਤ ਕਰੂੰਗਾ। ਇਹ ਕਿਤਾਬ ਪਹਿਲੀ ਕਿਤਾਬ ਨਾਲੋਂ ਵਿਸ਼ੇ ਪੱਖੋਂ ਕਾਫੀ ਹਟ ਗਿਆ, ਕਿਉਂਕਿ ਇਸ ਕਿਤਾਬ ਵਿੱਚ ਰੂਹਾਨੀਅਤ ਦਾ ਸੰਦੇਸ਼ ਆ, ਰੂਹਾਨੀਅਤ ਦੀ ਗੱਲ ਆ, ਅੰਦਰਲੀ ਗੱਲ। ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਵਿੱਚ ਕੁਝ ਬੋਲ ਕੇ। ਮੈਂ ਕੀਤਿਆਂ ਉਹ ਨਜ਼ਰ ਨਹੀਂ ਆਉਂਦਾ। ਮੈਂ ਕੀਤਿਆਂ ਉਹ ਨਜ਼ਰ ਨਹੀਂ ਆਉਂਦਾ। ਉਹ ਤਾਂ ਰਹਿੰਦਾ ਮੈਂ ਦੇ ਓਲੇ, ਹਰ ਘਟੇ ਅੰਦਰ ਮੇਰਾ ਸਾਈਂ ਵਸਦਾ ਤੇ ਮੂਰਖ ਬਾਹਰੋਂ ਟੋਲੇ। ਸਿਦਕ ਸਬੂਰੀ ਭੁੱਲ ਕੇ ਬਹਿ ਗਏ ਥਾਂ ਥਾਂ ਰੱਖਦੇ ਓਟਾਂ। ਸਿਦਕ ਸਬੂਰੀ ਭੁੱਲ ਕੇ ਬਹਿ ਗਏ ਥਾਂ ਥਾਂ ਰੱਖਦੇ ਓਟਾਂ। ਆਪੇ ਦੀ ਕਦੀ ਖੋਜ ਨਾ ਕੀਤੀ ਤਾਂ ਹੀ ਉਹ ਖਾਂਦੇ ਝੋਟਾਂ।
ਇਸ ਦੇ ਵਿੱਚ ਰੂਹਾਨੀਅਤ ਦੀ ਗੱਲ ਕੀਤੀ ਗਈ ਆ। ਮੈਂ ਕੋਸ਼ਿਸ਼ ਕੀਤੀ ਆ ਕਿ ਮਾਲਕ ਨੇ ਜਿੰਨੀ ਕਿ ਮੈਨੂੰ ਸੋਝੀ ਦਿੱਤੀ ਆ, ਜਿੰਨੀ ਕਿ ਮੈਨੂੰ ਮੱਤ ਬਖਸ਼ੀ ਆ, ਉਹਦੇ ਅਨੁਸਾਰ ਮੈਂ ਆਪਣੇ ਅਨੁਭਵਾਂ ਨੂੰ, ਆਪਣੇ ਵਿਚਾਰਾਂ ਨੂੰ ਕਵਿਤਾ ਦੇ ਰਾਹੀਂ ਆਪਣੀ ਪਾਠਕਾਂ ਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ। ਕਮਲ ਜੀ, ਤੁਸੀਂ ਇਹ ਨਾਲ ਮੈਂ ਸੁਣਿਆ ਤੁਸੀਂ ਜੌਬ ਵੀ ਕਰਦੇ ਹੋ। ਜੌਬ ਦੇ ਨਾਲ ਨਾਲ ਤੁਸੀਂ ਕਵਿਤਾ ਲਈ ਕਿੱਦਾਂ ਸਮਾਂ ਕੱਢਦੇ ਹੋ ਅਤੇ ਤੁਸੀਂ ਕਿੱਥੇ ਜੌਬ ਕਰ ਰਹੇ ਹੋ, ਇਹਦੇ ਬਾਰੇ ਸਾਡੇ ਪਾਠਕਾਂ ਨੂੰ ਜ਼ਰੂਰ ਜਾਣਕਾਰੀ ਦਿਓ। ਮੈਂ ਬਤੌਰ ਕਲਰਕ 2004 ਦੇ ਵਿੱਚ ਦਫ਼ਤਰ ਡਿਪਟੀ ਕਮਿਸ਼ਨਰ ਤਰਨਤਾਰਨ ਵਿੱਚ ਆਪਣੀ ਹਾਜ਼ਰੀ ਦਿੱਤੀ ਸੀ। ਉਸ ਤੋਂ ਬਾਅਦ ਮੈਂ ਪ੍ਰਮੋਟ ਹੋ ਗਿਆ, ਪਦੋन्नत ਹੋ ਗਿਆ, ਡੀਸੀ ਦਫ਼ਤਰ ਤਰਨਤਾਰਨ ਆ ਗਿਆ। ਇਸ ਸਮੇਂ ਮੈਂ ਐਸਡੀਐਮ ਦਫ਼ਤਰ ਖਡੂਰ ਸਾਹਿਬ ਵਿਖੇ ਬਤੌਰ ਸੀਨੀਅਰ ਸਹਾਇਕ ਕੰਮ ਕਰ ਰਿਹਾ ਹਾਂ। ਕਵਿਤਾ ਲਈ ਟਾਈਮ ਕੱਢਣ ਦੀ ਲੋੜ ਨਹੀਂ ਪੈਂਦੀ। ਕਵਿਤਾ ਬੰਦਾ ਲਿਖ ਨਹੀਂ ਸਕਦਾ, ਕਵਿਤਾ ਆਪਣੇ ਆਪ ਬੰਦੇ ਤੱਕ ਪਹੁੰਚ ਕਰਦੀ ਹੈ। ਬਸ ਬੰਦੇ ਨੂੰ ਥੋੜੀ ਹਿੰਮਤ ਕਰਨੀ ਪੈਂਦੀ ਹੈ। ਜੋ ਵਿਚਾਰ, ਜੋ ਖਿਆਲ ਤੁਹਾਡੇ ਮਨ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਤੁਸੀਂ ਕਾਗਜ਼ ਦੇ ਉੱਤੇ ਉਤਾਰਨਾ ਹੁੰਦਾ ਹੈ। ਤੁਹਾਡੇ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਲੋਕਾਂ ਤੱਕ ਕਲਮ ਦੇ ਰਾਹੀਂ ਜਾਂਦੀ ਹੈ। ਠੀਕ ਹੈ ਜੀ। ਕਮਲ ਜੀ, ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਕਿਸੇ ਸਾਹਿਤ ਸਭਾ ਦੇ ਨਾਲ ਜਾਂ ਕਿਸੇ ਸੁਸਾਇਟੀ ਦੇ ਨਾਲ ਸੰਬੰਧ ਰੱਖਦੇ ਹੋ ਜਾਂ ਤੁਸੀਂ ਖੁਦ ਤੌਰ ਤੇ ਲਿਖ ਰਹੇ ਹੋ? ਮੈਂ ਬਹੁਤ ਹੀ ਧੰਨਵਾਦੀ ਹਾਂ ਸਰਦਾਰ ਜਸਵਿੰਦਰ ਸਿੰਘ ਜੀ, ਪ੍ਰਧਾਨ ਪੰਜਾਬੀ ਸਾਹਿਤ ਸਭਾ ਤਰਨਤਾਰਨ। ਉਹਨਾਂ ਨੇ ਪਹਿਲੀ ਵਾਰੀ ਮੈਨੂੰ ਆਪਣੀ ਸਾਹਿਤ ਸਭਾ ਦੇ ਵਿੱਚ ਬਤੌਰ ਮੈਂਬਰ ਲਿਆ ਸੀ। ਉਸ ਤੋਂ ਬਾਅਦ ਸਾਡੇ ਮਰਹੂਮ ਸਰਦਾਰ ਜਗਬੀਰ ਸਿੰਘ ਜੀ ਤੀਰ ਹੋਣੀ, ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਉਹਨਾਂ ਦੀ ਸਭਾ ਦੇ ਨਾਲ ਵੀ ਮੈਂ ਜੁੜਿਆ ਰਿਹਾ ਹਾਂ। ਇਸ ਸਮੇਂ ਮੈਂ ਮਾਝਾ ਜਨਵਾਦੀ ਲਖਾਰੀ ਸਭਾ ਮਜਲਿਸ ਦਾ ਬਤੌਰ ਜਨਰਲ ਸਕੱਤਰ ਜਿਹੜਾ ਮੈਂ ਆਪਣੀ ਸੇਵਾ ਨਿਭਾ ਰਿਹਾ ਹਾਂ। ਸਾਡੇ ਪ੍ਰਧਾਨ ਨਵਦੀਪ ਸਿੰਘ ਵਿਦੇਸ਼ਾ ਜੀ, ਸਾਡੇ ਤਰਨਤਾਰਨ ਇਕਾਈ ਦੇ ਪ੍ਰਧਾਨ ਸਰਦਾਰ ਕੀਰਤ ਸਿੰਘ ਪੰਨੂ ਜੀ, ਜਿਨ੍ਹਾਂ ਦੀ ਰਹਿਨੁਮਾਈ ਹੇਠ ਅਸੀਂ ਆਪਣੀ ਜਿਹੜੀ ਸਾਹਿਤ ਸਮਾਗਮ ਜਿਹੜੇ ਆ ਜਾਂ ਸਾਹਿਤਕ ਗਤੀਵਿਧੀਆਂ ਜਿਹੜੀਆਂ ਉਹ ਆਏ ਦਿਨ। ਕਮਲ ਜੀ, ਤੁਹਾਡੀਆਂ ਰਚਨਾਵਾਂ ਦਾ ਮੁੱਖ ਵਿਸ਼ਾ ਕੀ ਹੈ? ਕੀ ਤੁਸੀਂ ਕਵਿਤਾ ਹੀ ਲਿਖਦੇ ਹੋ ਜਾਂ ਕਿਸੇ ਹੋਰ ਵੰਨਗੀ ਵਿੱਚ ਵੀ ਕੰਮ ਕਰਦੇ ਹੋ? ਇਹ ਬਹੁਤ ਵਧੀਆ ਤੁਹਾਡਾ ਸਵਾਲ ਹੈ ਜੀ। ਮੈਂ ਜਦੋਂ 12ਵੀਂ ਜਮਾਤ ਵਿੱਚ ਪੜ੍ਹਦਾ ਸੀ, ਉਸ ਸਮੇਂ ਸਪੋਕਸਮੈਨ ਨੇ ਜਿਹੜਾ ਮੇਰਾ ਪਹਿਲਾ ਲੇਖ ਜਿਹੜਾ ਪ੍ਰਕਾਸ਼ਿਤ ਕੀਤਾ ਸੀ, ਜਿਹਦਾ ਵਿਸ਼ਾ ਸਮਾਜਿਕ ਪੱਖ ਸੀ। ਕਵਿਤਾ ਦੇ ਨਾਲ ਨਾਲ ਮੇਰੇ ਜਿਹੜੇ ਲੇਖ ਆ ਉਹ ਵੱਖ-ਵੱਖ ਅਖਬਾਰਾਂ ਦੇ ਵਿੱਚ ਵੱਖ-ਵੱਖ ਸਮਿਆਂ ਦੇ ਉੱਤੇ ਜਿਹੜੇ ਛਪਦੇ ਰਹੇ। ਮੇਰੇ ਲੇਖ ਦਾ ਜਿਹੜਾ ਵਿਸ਼ਾ ਉਹ ਸਮਾਜਿਕ ਹੁੰਦਾ ਹੈ, ਆਰਥਿਕ ਹੁੰਦਾ ਹੈ ਤੇ ਧਾਰਮਿਕ ਸਮਾਜਿਕ ਪੱਖ ਜਿਹੜੇ ਧਾਰਮਿਕ ਦੇ ਉਹ ਉਹਨਾਂ ਵਿਸ਼ਿਆਂ ਦੇ ਵਿੱਚ ਰੱਖੇ ਜਾਂਦੇ ਤਾਂ ਕਿ ਲੋਕਾਂ ਨੂੰ ਧਰਮ ਦੇ ਨਾਲ ਨਾਲ ਸਮਾਜਿਕ ਜਿਹੜੀ ਉਹਨਾਂ ਦੀ ਨੈਤਿਕਤਾ ਜਾਂ ਜ਼ਿੰਮੇਵਾਰੀ ਆ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਜਾ ਸਕੇ। ਕਮਲ ਜੀ, ਤੁਸੀਂ ਆਪਣੇ ਪਰਿਵਾਰ ਬਾਰੇ ਦੱਸੋ ਕਿ ਤੁਹਾਡੇ ਪਰਿਵਾਰ ਤੋਂ ਤੁਹਾਨੂੰ ਕਿਹੋ ਜਿਹਾ ਸਹਿਯੋਗ ਮਿਲਦਾ ਹੈ, ਖਾਸ ਕਰਕੇ ਇਹ ਸਮਾਜਿਕ ਚੇਤਨਾ ਦੀਆਂ ਕਵਿਤਾਵਾਂ ਲੋਕਾਂ ਸਾਹਮਣੇ ਆਉਣ? ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਾ ਕਿ ਕਵਿਤਾ ਨੂੰ ਮੇਰੇ ਅੰਦਰ ਉਜਾਗਰ ਕਰਨ ਵਿੱਚ ਮੇਰੇ ਪਿਤਾ ਸਰਦਾਰ ਸੁੱਚਾ ਸਿੰਘ ਜੀ ਦਾ ਬਹੁਤ ਹੱਥ ਹੈ, ਕਿਉਂਕਿ ਆਪਣੀਆਂ ਕਵਿਤਾਵਾਂ ਜਿਹੜੀਆਂ ਵਾ ਉਹ ਲਿਖ ਕੇ ਬੋਲਦੇ ਹੁੰਦੇ ਸੀ। ਉਹਨਾਂ ਤੋਂ ਹੀ ਮੈਨੂੰ ਇਹ ਚਟਕ ਜਿਹੜੀ ਲੱਗੀ ਆ। ਹੁਣ ਦੇ ਸਮੇਂ ਵਿੱਚ ਮੇਰੀ ਧਰਮ ਪਤਨੀ ਸ਼੍ਰੀਮਤੀ ਕਮਲਜੀਤ ਕੌਰ, ਜਿਨ੍ਹਾਂ ਦਾ ਕਰਕੇ ਮੈਂ ਹਰਦਰਸ਼ਨ ਸਿੰਘ ਤੋਂ ਹਰਦਰਸ਼ਨ ਸਿੰਘ ਕਮਲ ਹੋਇਆ, ਉਹਨਾਂ ਦਾ ਬਹੁਤ ਵੱਡਾ ਯੋਗਦਾਨ। ਮੇਰੀ ਪਹਿਲੀ ਪਾਠਕ ਮੇਰੀ ਪਤਨੀ ਹੀ ਹੁੰਦੀ ਹੈ। ਉਹ ਮੇਰੀਆਂ ਗਲਤੀਆਂ, ਮੇਰੇ ਕਵਿਤਾ ਦੇ ਵਿੱਚ ਜੋ ਗਲਤੀਆਂ, ਸ਼ਬਦ ਗਲਤੀਆਂ ਹੁੰਦੀਆਂ, ਉਹਨਾਂ ਦੀ ਸ਼ੋਧ ਕਰਦੀ ਹੈ। ਉਸ ਤੋਂ ਬਾਅਦ ਮਤਲਬ ਜਿਹੜੀ ਮੈਂ ਆਪਣੀ ਕਵਿਤਾ ਨੂੰ ਪਾਠਕਾਂ ਦੇ ਨਾਲ ਸਾਂਝਾ ਕਰਦਾ। ਇਸ ਵਿੱਚ ਮੇਰੀ ਧਰਮ ਪਤਨੀ ਦਾ ਬਹੁਤ ਵੱਡਾ ਯੋਗਦਾਨ ਹੈ ਮੇਰੇ ਇਸ ਖੇਤਰ ਦੇ ਵਿੱਚ। ਠੀਕ ਹੈ ਕਮਲ ਜੀ, ਤੁਸੀਂ ਜੋ ਆਪਣੇ ਸਾਹਿਤਕ ਸਰਗਰਮੀਆਂ ਨੇ ਇਹਨਾਂ ਦਾ ਦਾਇਰਾ ਮਾਝੇ ਦੀ ਧਰਤੀ ਤਰਨਤਾਰਨ ਤੱਕ, ਜਿੱਥੇ ਤੁਹਾਡੀ ਸੁਸਾਇਟੀ ਮਜਲਿਸ ਬਣੀ ਹੋਈ ਹੈ, ਇੱਥੋਂ ਤੱਕ ਰੱਖਦੇ ਹੋ ਜਾਂ ਤੁਸੀਂ ਪੰਜਾਬ ਤੋਂ ਬਾਹਰ ਜਾਂ ਵਿਦੇਸ਼ ਤੋਂ ਬਾਹਰ ਵੀ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਹੈ? ਸਪੰਸੀ, ਜਿੱਥੋਂ ਤੱਕ ਸਾਹਿਤਕ ਗਤੀਵਿਧੀਆਂ ਦਾ ਸੰਬੰਧ ਆ, ਸਾਹਿਤਕ ਪ੍ਰੋਗਰਾਮਾਂ ਦਾ ਸੰਬੰਧ ਆ, ਪੰਜਾਬ ਦੇ ਵਿੱਚ ਤੇ ਸਾਹਿਤਕ ਪ੍ਰੋਗਰਾਮ ਜਿਹੜਾ ਕਾਫੀ ਜ਼ਿਆਦਾ ਹੁੰਦੇ ਨੇ। ਲੋਕ ਇਸ ਗੱਲ ਦੀ ਖੁਸ਼ੀ ਵੀ ਮੈਨੂੰ ਮਹਿਸੂਸ ਹੁੰਦੀ ਹੈ ਕਿ ਲੋਕਾਂ ਦਾ ਜਿਹੜਾ ਰੁਝਾਨ ਹੈ ਪੰਜਾਬੀ ਸਾਹਿਤ ਪ੍ਰਤੀ ਦਿਨ ਬ ਦਿਨ ਜਿਹੜਾ ਉਹ ਵੱਧਦਾ ਜਾ ਰਿਹਾ। ਪੰਜਾਬ ਤੋਂ ਬਾਹਰ ਕਈ ਜਗ੍ਹਾ ਤੇ ਮੈਨੂੰ ਜਾਣ ਦਾ ਜਿਹੜਾ ਮੌਕਾ ਮਿਲਿਆ, ਜਿੱਥੇ ਮੈਂ ਲੋਕਾਂ ਦੇ ਨਾਲ ਵਿਚਰਿਆ, ਜਾ ਕੇ ਆਪਣੀ ਸ਼ਾਇਰੀ ਜਾਂ ਸਾਹਿਤਕ ਪ੍ਰੋਗਰਾਮ ਕੀਤੇ ਆ। ਸਿੰਗਾਪੁਰ ਦੇ ਵਿੱਚ ਮੇਰੇ ਸੱਜਣ ਸਰਦਾਰ ਹਰਜਿੰਦਰ ਸਿੰਘ ਜੀ ਹੈਗੇ ਆ,
ਉਹਨਾਂ ਨੇ ਉਦਮ ਕੀਤਾ ਸੀ, ਉੱਥੇ ਇੱਕ ਪ੍ਰੋਗਰਾਮ ਕਰਾਇਆ ਸੀ, ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਉੱਥੋਂ ਦੇ ਜੋ ਗੁਰਦੁਆਰਾ ਸਾਹਿਬਾਨ ਹੈ ਜਾਂ ਉੱਥੋਂ ਦੀਆਂ ਸਮਾਜਿਕ ਜਿਹੜੀਆਂ ਚੀਜ਼ਾਂ ਹੈਗੀਆਂ, ਮੈਂ ਆਪਣੇ ਲੇਖ ਰਾਹੀਂ ਉਹਨਾਂ ਨੂੰ ਵੀ ਆਪਣੇ ਪਾਠਕਾਂ ਦੇ ਨਾਲ ਰੂਬਰੂ ਕਰਵਾਇਆ ਸੀ। ਇਸ ਤੋਂ ਇਲਾਵਾ ਮੈਨੂੰ ਦੁਬਈ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਿਆ। ਉੱਥੇ ਕਾਫੀ ਮੇਰੇ ਸੱਜਣ ਸਰਦਾਰ ਵੀਰਪਾਲ ਸਿੰਘ ਜੀ ਹੈਗੇ ਨੇ, ਸਰਦਾਰ ਸੁਖਵੰਤ ਸਿੰਘ ਜੀ ਹੈਗੇ ਨੇ ਉੱਥੇ, ਉਹਨਾਂ ਨੇ ਉੱਥੇ ਆਪਣਾ ਛੋਟੇ ਜਿਹੜੇ ਆ ਪ੍ਰੋਗਰਾਮ ਰੱਖੇ ਹੋਏ ਸੀ, ਉੱਥੇ ਮੈਨੂੰ ਸ਼ਿਰਕਤ ਕਰਨ ਦਾ ਜਿਹੜਾ ਮੌਕਾ ਮਿਲਿਆ। ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉੱਥੇ ਅਮਨ ਧਾਰੀਵਾਲ ਜੀ ਹੈਗੇ ਨੇ, ਬਹੁਤ ਵਧੀਆ ਲੇਖਕ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਸੱਜਣ ਹੈਗੇ ਨੇ ਉੱਥੇ, ਜਿਨ੍ਹਾਂ ਦੇ ਨਾਲ ਮੇਰਾ ਜਿਹੜਾ ਵਾਰਤਾਲਾਪ ਹੋਈ ਪੰਜਾਬੀ ਸਾਹਿਤ ਬਾਰੇ। ਅਸੀਂ ਉੱਥੇ ਛੋਟੇ ਜਿਹੜੇ ਪ੍ਰੋਗਰਾਮ ਕੀਤੇ। ਠੀਕ ਹੈ। ਕਮਲ ਜੀ, ਤੁਸੀਂ ਦੱਸੋ ਕਿ ਸਾਹਿਤਕ ਹਲਕਿਆਂ ਵਿੱਚ ਸਟੇਜਾਂ ਇੰਨੀਆਂ ਵਧੀਆ ਨਹੀਂ ਲੱਗ ਰਹੀਆਂ ਜਿਹੜੀ ਕਿ ਰਿਐਲਿਟੀ ਹੈ। ਬਹੁਤ ਹੀ ਵਧੀਆ ਤੁਹਾਡਾ ਇਹ ਕੁਐਸਚਨ ਹੈਗਾ ਹੈ। ਦੇਖੋ, ਸਾਹਿਤ ਜੇ ਸਾਹਿਤ ਨਹੀਂ ਤੇ ਕੁਛ ਵੀ ਨਹੀਂ। ਜੇ ਅਸੀਂ ਆਪਣੇ ਆਪ ਨੂੰ ਜਾਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਸਾਹਿਤ ਤੋਂ ਜਾਣੂ ਨਾ ਕਰਵਾਇਆ ਜਾਂ ਸਾਹਿਤ ਨਾਲ ਨਾ ਜੋੜਿਆ ਤੇ ਸਾਡਾ ਵਜੂਦ ਇੱਕ ਤਰ੍ਹਾਂ ਨਾਲ ਖਤਮ ਹੋ ਜਾਵੇਗਾ। ਸਾਹਿਤ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਵੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਜਾਂ ਸਾਹਿਤ ਨੂੰ ਉੱਚਾ ਚੁੱਕਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਤਰਨਤਾਰਨ ਵਾਸਤੇ ਸਭ ਤੋਂ ਵੱਡੀ ਤਰਾਸਦੀ ਹੈ ਵੀ ਅੰਮ੍ਰਿਤਸਰ ਦੇ ਵਿੱਚ ਜਦੋਂ ਅਸੀਂ ਆਪਣਾ ਦਾਖਲਾ ਸ਼ੁਰੂ ਕਰਦੇ ਹਾਂ ਤੇ ਸਾਨੂੰ ਉੱਥੇ ਨਾਟਸ਼ਾਲਾ, ਵਿਕਾਸ ਮੰਚ, ਵਿਰਸਾ ਵਿਹਾਰ ਤੇ ਹੋਰ ਵੀ ਕਈ ਥੀਏਟਰ ਜਿਹੜੇ ਆ ਵੇਖਣ ਨੂੰ ਮਿਲਦੇ ਆ, ਜਿੱਥੇ ਸਾਹਿਤ ਦਾ ਪ੍ਰਚਾਰ ਹੁੰਦਾ ਹੈ, ਸਾਹਿਤ ਦਾ ਵਿਕਾਸ ਹੁੰਦਾ ਹੈ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ, ਸਾਡੇ ਸਾਹਿਤਕਾਰਾਂ ਨੂੰ ਚਾਹੀਦਾ ਕਿ ਤਰਨਤਾਰਨ ਦੇ ਵਿੱਚ ਵੀ ਕੋਈ ਵਿਰਸਾ ਵਿਹਾਰ ਵਰਗੀ, ਕੋਈ ਨਾਟਸ਼ਾਲਾ ਵਰਗੀ ਹਾਲ ਜਿਹੜੇ ਇੱਥੇ ਹੋਣੇ ਚਾਹੀਦੇ ਆ, ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸਾਹਿਤ ਦੇ ਨਾਲ ਜੋੜ ਸਕੀਏ, ਸਾਹਿਤ ਦਾ ਵਿਕਾਸ ਤੇ ਪ੍ਰਸਾਰ ਜਿਹੜਾ ਉਹ ਕਰ ਸਕੀਏ। ਠੀਕ ਹੈ ਕਮਲ ਜੀ, ਤੁਹਾਡਾ ਬਹੁਤ ਧੰਨਵਾਦ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਪਾਠਕਾਂ ਨਾਲ, ਸਾਡੇ ਸਰੋਤਿਆਂ ਨਾਲ ਆਪਣੀਆਂ ਕੁਝ ਸਤਰਾਂ ਸਾਂਝੀਆਂ ਕਰੋ ਤਾਂ ਕਿ ਤੁਹਾਡੀ ਕਵਿਤਾ ਨੂੰ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ। ਨਾਲ ਇਸ ਮਾਧਿਅਮ ਰਾਹੀਂ ਅਸੀਂ ਸਮਾਜ ਵਿੱਚ ਵਸਦੇ ਹਰ ਵਿਅਕਤੀ ਦਾ, ਹਰ ਲੇਖਕ ਦਾ, ਹਰ ਕਵੀ ਦਾ ਜੀ ਆਇਆਂ ਨੂੰ ਆਖਦੇ ਹਾਂ। ਜੇਕਰ ਤੁਹਾਡੇ ਕੋਲ ਲੋਕਾਂ ਨੂੰ ਦੱਸਣ ਵਾਸਤੇ, ਪਬਲਿਕ ਨੂੰ ਦੱਸਣ ਵਾਸਤੇ ਕੋਈ ਵਧੀਆ ਚੀਜ਼ ਹੈ ਤਾਂ ਉਹ ਸਾਡੇ ਨਾਲ ਸਾਡੇ ਹੇਠਾਂ ਚੱਲ ਰਹੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ। ਇਹ ਸੇਵਾ, ਸਾਹਿਤ ਦੀ ਸੇਵਾ ਬਿਲਕੁਲ ਇਸ ਚੈਨਲ ਵੱਲੋਂ ਫ੍ਰੀ 'ਚ ਕੀਤੀ ਜਾਂਦੀ ਹੈ। ਹੁਣ ਅਸੀਂ ਬੇਨਤੀ ਕਰਦੇ ਹਾਂ ਕਮਲ ਜੀ ਨੂੰ ਕਿ ਉਹ ਆਪਣੀਆਂ ਕੁਝ ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ। ਧੰਨਵਾਦ ਜੀ। ਮੈਂ ਤੁਹਾਡੇ ਸਾਹਮਣੇ ਦੋ ਸ਼ੇਰ ਰੱਖੂੰਗਾ ਛੋਟੇ। ਲੱਖਾਂ ਹੀ ਔਕੜਾਂ ਨੇ ਰਾਹਾਂ 'ਚੋਂ ਜੀ, ਲੱਖਾਂ ਹੀ ਔਕੜਾਂ ਨੇ ਰਾਹਾਂ 'ਚੋਂ ਕੀਕਣ ਮੁਕਾਵਾਂ ਇਹ ਵਾਟਵੇ, ਹਨੇਰਿਆਂ 'ਚ ਛੱਡ ਕੇ ਤੁਰ ਗਿਓ ਹਿਜਰਾਂ ਦੀ ਪਾ ਕੇ ਕੋਈ ਬਾਤ ਵੇ। ਭੀੜ 'ਚ ਵੀ ਹੁਣ ਕੱਲੇ ਹੀ ਹਾਂ, ਭੀੜ 'ਚ ਵੀ ਹੁਣ ਕੱਲੇ ਹੀ ਹਾਂ, ਪੂਰੀ ਨਾ ਹੁੰਦੀ ਤੇਰੀ ਘਾਟ ਵੇ। ਉੱਡਣਾ ਸਿਖਾ ਪਹਿਲਾਂ ਅੰਬਰਾਂ ਤੇ, ਉੱਡਣਾ ਸਿਖਾ ਪਹਿਲਾਂ ਅੰਬਰਾਂ ਤੇ, ਉੱਡਣਾ ਸਿਖਾ ਪਹਿਲਾਂ ਅੰਬਰਾਂ ਤੇ, ਖੰਭਾਂ ਤੇ ਫਿਰ ਲਾਗਿਓ ਕਾਟ ਵੇ। ਲੱਖਾਂ ਹੀ ਔਕੜਾਂ ਨੇ ਰਾਹਾਂ 'ਚ ਕੀਕਣ ਮੁਕਾਵਾਂ ਇਹ ਵਾਟ ਵੇ। ਮੇਰੀ ਨਵੀਂ ਕਿਤਾਬ ਵਿੱਚੋਂ ਇੱਕ ਕਵਿਤਾ ਜੋ ਮੇਰੀ ਧੀ ਵਾਸਤੇ ਆ, ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ। ਤੇਰੀਆਂ ਸਦਰਾਂ ਨੂੰ, ਤੇਰੇ ਚਾਵਾਂ ਨੂੰ ਖਿੜਨ ਤੋਂ ਪਹਿਲਾਂ ਹੀ, ਤੇਰੀਆਂ ਸਦਰਾਂ ਨੂੰ, ਤੇਰੇ ਚਾਵਾਂ ਨੂੰ ਖਿੜਨ ਤੋਂ ਪਹਿਲਾਂ ਹੀ ਦਫਨਾਉਣ ਵਿੱਚ ਨੰਨੂ ਜ਼ਿੰਮੇਵਾਰ ਤਾਂ ਮੈਂ ਵੀ ਹਾਂ। ਕਾਸ਼ ਮੈਂ ਤੈਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੁੰਦਾ, ਕਾਸ਼ ਮੈਂ ਤੈਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੁੰਦਾ, ਤੇਰੀ ਅੰਦਰਲੀ ਪੀੜ ਨੂੰ ਜਾਣ ਲਿਆ ਹੁੰਦਾ, ਤੈਨੂੰ ਭਰ ਜਵਾਨੀ ਮੜੀਆਂ ਦੇ ਰਾਹ ਤੋੜਨ ਵਿੱਚ, ਤੈਨੂੰ ਭਰ ਜਵਾਨੀ ਮੜੀਆਂ ਦੇ ਰਾਹ ਤੋੜਨ ਵਿੱਚ ਨੰਨੂ ਜ਼ਿੰਮੇਵਾਰ ਤਾਂ ਮੈਂ ਵੀ ਹਾਂ। ਪਰ ਧੀਏ ਮੇਰੀਏ, ਪਰ ਧੀਏ ਮੇਰੀਏ ਮੈਂ ਤੈਨੂੰ ਕੋਸ਼ਿਸ਼ ਕੀਤੀ, ਪਰ ਧੀਏ ਮੇਰੀਏ ਮੈਂ ਕੋਸ਼ਿਸ਼ ਕੀਤੀ ਤੈਨੂੰ ਬਚਾਉਣ ਦੀ, ਮੁੜ ਘਰ ਆਪਣੇ ਤੈਨੂੰ ਲਿਆਉਣ ਦੀ। ਮੇਰੀ ਨਵੀਂ ਆ ਰਹੀ ਕਿਤਾਬ ਫਿਰਾਕ ਮਾਲਾ ਵਿੱਚੋਂ ਕਵਿਤਾ ਮਾਪਦੰਡ ਦੇ ਕੁਝ ਸ਼ੇਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਖਿਆਲ ਜਾਂ ਫਿਕਰ
ਤੱਕੜੀ ਵਿੱਚ ਤੋਲਣ ਨਾਲ ਹੀ ਬਿਆਨ ਨਹੀਂ ਹੁੰਦਾ ਕਮਲ। ਖਿਆਲ ਜਾਂ ਫਿਕਰ ਤੱਕੜੀ ਵਿੱਚ ਤੋਲਣ ਨਾਲ ਹੀ ਬਿਆਨ ਨਹੀਂ ਹੁੰਦਾ ਕਮਲ। ਕਦੇ ਮਹਿਸੂਸ ਤਾਂ ਕਰਕੇ ਵੇਖੀ, ਤੇਰੇ ਸਾਹਾਂ ਵਿੱਚ ਵੀ ਮੇਰੀ ਹੀ ਸੁਗੰਧ ਹੋਵੇਗੀ, ਸੱਚੀ ਮੇਰੀ ਹੀ ਸੁਗੰਧ। ਵਾਹ। ਸਿੱਕਿਆਂ ਦੀ ਦੌੜ ਵਿੱਚ ਕੁਝ ਕੁ ਉਲਝਣ ਜ਼ਰੂਰ ਹੈ ਮਨ ਵਿੱਚ। ਸਿੱਕਿਆਂ ਦੀ ਦੌੜ ਵਿੱਚ ਕੁਝ ਕੁ ਉਲਝਣ ਜ਼ਰੂਰ ਹੈ ਮਨ ਵਿੱਚ, ਪਰ ਤੇਰਾ ਪਿਆਰ ਤੇ ਤੇਰੀ ਤਪੱਸਿਆ, ਪਰ ਤੇਰਾ ਪਿਆਰ ਤੇ ਤੇਰੀ ਤਪੱਸਿਆ ਇਹਨਾਂ ਸਿੱਕਿਆਂ ਤੋਂ ਬਹੁਤ ਉੱਚੇ ਨੇ ਕਮਲ, ਸੱਚੀ ਬਹੁਤ ਉੱਚੇ। ਮੇਰੇ ਸਮਕਾਲੀ ਜਿਹੜੇ ਲੇਖਕ ਭਰਾ ਨੇ ਉਹਨਾਂ ਵਿੱਚ ਮਦੇਸ਼ਾ ਜੀ, ਜੋ ਕਿ ਸਾਡੇ ਮਾਝਾ ਜਨਮਤੀ ਲਿਖਾਰੀ ਸਭਾ ਦੇ ਪ੍ਰਧਾਨ ਵੀ ਨੇ, ਉਹਨਾਂ ਦੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਕ ਸ਼ੇਰ ਕੁਝ, ਕਿੱਥੇ ਨੇ ਹੁਣ ਸੁਪਰ ਹੀਰੋ, ਹੁਣ ਕਿਉਂ ਹੋਏ ਬੈਠੇ ਜ਼ੀਰੋ, ਹੁਣ ਕਿਉਂ ਉਹ ਕੋਈ ਗੱਲ ਨਹੀਂ ਕਰਦੇ, ਇਸ ਮਸਲੇ ਦਾ ਹੱਲ ਨਹੀਂ ਕਰਦੇ। ਕੀ ਬਾਤ ਹੈ। ਮਦੇਸ਼ਾ ਜੀ ਬਹੁਤ ਵਧੀਆ ਲਿਖਦੇ ਨੇ। ਇਸੇ ਤਰ੍ਹਾਂ ਸਾਡੇ ਵੀਰ ਸੁਰਿੰਦਰ ਭੱਟੀ ਨੇ ਚੰਡੀਗੜ੍ਹ ਤੋਂ, ਬਹੁਤ ਹੀ ਵਧੀਆ ਲਿਖਦੇ ਨੇ। ਉਹਨਾਂ ਦੀ ਇੱਕ ਨਜ਼ਮ ਪੇਸ਼ ਕਰ ਰਿਹਾ। ਕਈਆਂ ਦੇ ਘਰ ਜਸ਼ਨ ਬਥੇਰੇ, ਕਈਆਂ ਦੇ ਘਰ ਸੋਗ ਬੜੇ ਨੇ, ਤੰਦਰੁਸਤ ਕੋਈ ਵਿਰਲਾ ਟਾਵਾਂ, ਘਰ ਘਰ ਦੇ ਵਿੱਚ ਰੋਗ ਬੜੇ ਨੇ। ਵਾਹ ਜੀ ਵਾਹ। ਇਸੇ ਤਰ੍ਹਾਂ ਸਾਡੇ ਬਹੁਤ ਹੀ ਸਰਗਰਮ ਲੇਖਕ ਰਿੱਕੀ ਬਾਬਾ ਬਕਾਲਾ, ਉਹਨਾਂ ਦੀ ਇੱਕ ਰਚਨਾ ਵਾ, ਕਿੰਨਾ ਕੁ ਚਿਰ ਡਰਾਉਣਗੇ ਇਹ ਹਨੇਰੇ ਮੈਨੂੰ। ਕੀ ਬਾਤ। ਕਿੰਨਾ ਕੁ ਚਿਰ ਡਰਾਉਣਗੇ ਇਹ ਹਨੇਰੇ ਮੈਨੂੰ, ਕਦੇ ਤਾਂ ਗੱਲ ਲਾਉਣਗੇ ਇਹ ਹਨੇਰੇ ਮੈਨੂੰ। ਉਮੀਦ ਦਾ ਦਾਮਨ ਨਾ ਛੱਡਿਆ ਨਾ ਛੱਡਾਂਗਾ, ਉਮੀਦ ਦਾ ਦਾਮਨ ਨਾ ਛੱਡਿਆ ਨਾ ਛੱਡਾਂਗਾ, ਕਦੇ ਤਾਂ ਸਿਖਰ ਪਹੁੰਚਾਉਣਗੇ ਮੇਰੇ ਜੇਰੇ ਮੈਨੂੰ, ਮੇਰੇ ਜੇਰੇ ਮੈਨੂੰ। ਕੀ ਬਾਤ ਹੈ। ਇਸੇ ਤਰ੍ਹਾਂ ਸਾਡੇ ਬਹੁਤ ਹੀ ਵਧੀਆ ਲੇਖਿਕਾ ਭੈਣ ਕੁਲਜੀਤ ਕੌਰ ਮੰਡ, ਉਹਨਾਂ ਦਾ ਇੱਕ ਸ਼ੇਰ ਮੈਨੂੰ ਬੇहद ਪਸੰਦ ਆ। ਜੇ ਸੱਚਮੁੱਚ ਮੁਸੱਵਰ ਹੈ ਤਾਂ ਕੈਨਵਸ ਤੇ ਮੇਰੇ ਦਰਦ ਵੀ ਉਤਾਰੇ। ਕੀ ਬਾਤ। ਜੇ ਸੱਚਮੁੱਚ ਮੁਸੱਵਰ ਹੈ ਤਾਂ ਕੈਨਵਸ ਤੇ ਮੇਰੇ ਦਰਦ ਵੀ ਉਤਾਰੀ, ਮਹਿਜ ਨਕਸ਼ਾਂ ਦਾ ਤਰਜਮਾ ਹੀ ਤਸਵੀਰ ਨਹੀਂ ਹੁੰਦਾ। ਕੀ ਬਾਤ। ਇਸੇ ਤਰ੍ਹਾਂ ਸਾਡੇ ਨੌਜਵਾਨ ਲੇਖਕ ਗੁਰਮੀਤ ਜੀ ਨੇ, ਉਹਨਾਂ ਨੇ ਕੱਲ ਫੌਜੀ ਵੀਰਾਂ ਨਾਲ ਵਾਪਰੇ ਹਾਦਸੇ ਦੇ ਕੁਝ ਸ਼ਬਦ ਲਿਖੇ ਆ, ਮੈਂ ਸਾਂਝੇ ਕਰਨ ਜਾ ਰਿਹਾ। ਇਹ ਜੰਗ ਨਾ ਮੇਰੀ ਏ ਨਾ ਤੇਰੀ ਏ, ਇਹ ਜੰਗ ਨਾ ਤੇਰੀ ਏ ਨਾ ਮੇਰੀ ਏ, ਇਹ ਸਭ ਸਿਆਸਤਦਾਨਾਂ ਦੀ ਹੇਰਾ ਫੇਰੀ ਏ, ਇਹ ਜੰਗ ਨਾ ਤੇਰੀ ਏ ਨਾ ਮੇਰੀ ਏ। ਬਹੁਤ ਖੂਬ। ਪ੍ਰੋਗਰਾਮ ਦੇ ਆਖਿਰ ਵਿੱਚ ਮੈਂ ਇੱਕ ਆਪਣੀ ਨਜ਼ਮ ਦਾ ਸ਼ੇਰ ਆਪ ਜੀ ਨਾਲ ਸਾਂਝਾ ਕਰ ਰਿਹਾ। ਰੇਤ ਦੇ ਕਿਣਕੇ ਤੋਂ ਖੰਡ ਬ੍ਰਹਿਮੰਡ ਤੱਕ, ਰੇਤ ਦੇ ਕਿਣਕੇ ਤੋਂ ਖੰਡ ਬ੍ਰਹਿਮੰਡ ਤੱਕ, ਤੇਰਾ ਹੀ ਪਸਾਰਾ ਏ, ਰੱਖ ਦਿਓ ਨਾਮ ਦੀ ਕੋਈ ਚਿਣਗੇ ਅੰਦਰ, ਰੱਖ ਦਿਓ ਨਾਮ ਦੀ ਕੋਈ ਚਿਣਗੇ ਅੰਦਰ, ਤਰੇ ਕਮਲ ਵਿਚਾਰਾ, ਤਰੇ ਕਮਲ ਵਿਚਾਰਾ। ਅੱਜ ਗੱਲ ਕਰਨ ਜਾ ਰਹੇ ਹਾਂ ਹਰਦਰਸ਼ਨ ਸਿੰਘ ਕਮਲਵੀਰ ਬਾਰੇ। ਹਰਦਰਸ਼ਨ ਸਿੰਘ ਕਮਲਵੀਰ ਬਾਰੇ ਬਸ ਇੰਨਾ ਹੀ ਕਹਿਣਾ ਚਾਹਾਂਗਾ ਕਿ ਫਕੀਰੀ ਹੈ ਉਹਦੀਆਂ ਲਿਖਤਾਂ ਵਿੱਚ, ਉਹ ਗੱਲ ਕਰਦਾ ਹੈ ਫਕਰਾਂ ਦੀ। ਫਕੀਰੀ ਹੈ ਉਹਦੀਆਂ ਲਿਖਤਾਂ ਵਿੱਚ, ਉਹ ਗੱਲ ਕਰਦਾ ਹੈ ਫਕਰਾਂ ਦੀ। ਕਾਫੀਏ ਰਦੀਫ ਦਾ ਗਿਆਨ ਹੈ ਉਸਨੂੰ ਤੇ ਨਾਲੇ ਪਹਿਚਾਨ ਹੈ ਸਾਰੇ ਅੱਖਰਾਂ ਦੀ। ਕਾਫੀਏ ਰਦੀਫ ਦਾ ਗਿਆਨ ਹੈ ਉਸਨੂੰ ਤੇ ਨਾਲੇ ਪਹਿਚਾਨ ਹੈ ਸਾਰੇ ਅੱਖਰਾਂ ਦੀ। ਕਮਲਵੀਰ ਦੀ ਕਲਮ ਹੇਠ ਜਿਹੜਾ ਵੀ ਕਲਾਮ ਆ ਜਾਂਦਾ ਹੈ ਉਹ ਮਹਾਨ ਹੋ ਜਾਂਦਾ ਹੈ। ਔਰ ਹਯਾ ਤੇ ਦਇਆ ਇਹਦੇ 'ਚ ਉੱਟ ਕੇ ਭਰੀ ਹੈ। ਬਹੁਤ ਸੋਹਣੀ ਕਲਮ। ਇਹ ਇਕੱਲੀ ਕਵਿਤਾ ਹੀ ਨਹੀਂ ਲਿਖਦਾ, ਇਹਦੀ ਵਾਰਤਕ ਵੀ ਬਹੁਤ ਜ਼ਬਰਦਸਤ ਆ ਤੇ ਕਿੰਨੀਆਂ ਕੁ ਤਾਰੀਫਾਂ ਕਰ ਸਕਦੇ ਹਾਂ। ਸਰਕਾਰੀ ਡਿਊਟੀ 'ਚ ਹੁੰਦਿਆਂ ਵੀ ਇਹ ਆਪਣੀ ਇੰਨੀਆਂ ਜ਼ਿੰਮੇਵਾਰੀਆਂ ਤੋਂ ਬਾਵਜੂਦ ਵੀ ਇਹ ਲਿਖਦਾ ਤੇ ਸਾਰੇ ਦੋਸਤਾਂ ਨਾਲ ਵੀ ਆਪਣਾ ਤਾਲਮੇਲ ਰੱਖਦਾ। ਜਦੋਂ ਵੀ ਕੋਈ ਸਾਡਾ ਕੋਈ ਕਿਤੇ ਸਲਾਨਾ ਜਾਂ ਕੋਈ ਫੰਕਸ਼ਨ ਹੋਵੇ, ਇਹਦੀ ਜੋ ਜ਼ਿੰਮੇਵਾਰੀ ਲੱਗੀ ਇਹ ਹਰਦਰਸ਼ਨ ਬੜੀ ਤਨਦੇਹੀ ਨਾਲ ਨਿਭਾਉਂਦਾ। ਸਾਨੂੰ ਦਰਸ਼ਨ ਤੇ ਬਹੁਤ ਮਾਣ। ਇਹ ਸਾਡਾ ਦੋਸਤ ਆ, ਜਾਂ ਅਸੀਂ ਇਹਦੇ ਦੋਸਤ ਆ, ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ। ਇਹਦੀ ਇੱਕ ਕਿਤਾਬ ਕਹਾਣੀਆਂ ਦੀ
ਸੌਰੀ ਕਵਿਤਾਵਾਂ ਦੀ ਉਜਾੜ ਪਈਆਂ ਰਾਹਾਂ ਪਹਿਲੋਂ ਆ ਚੁੱਕੀ ਹੈ ਤੇ ਹੁਣ ਇਹ ਦੂਸਰੀ ਕਿਤਾਬ ਇਹਦੀ ਜਲਦੀ ਮੇਰੇ ਨਾਲ ਪਬਲਿਸ਼ ਕਰਵਾਊਗਾ ਇਹ। ਤੇ ਬਹੁਤ ਹੀ ਪਿਆਰਾ ਸ਼ਾਇਰ, ਬਹੁਤ ਹੀ ਦਿਲ ਦੀ ਗਹਿਰਾਈ ਚੋਂ ਲਿਖਣ ਵਾਲਾ। ਪਰਮਾਤਮਾ ਇਸੇ ਤਰ੍ਹਾਂ ਹੀ ਇਹਦੇ ਉੱਪਰ ਆਪਣੀ ਕਰਮਨਵਾਜੀ ਬਣਾਈ ਰੱਖੇ ਔਰ ਪਰਿਵਾਰ 'ਚ, ਆਪਦੇ ਪਰਿਵਾਰ 'ਚ, ਸਾਹਿਤ ਪਰਿਵਾਰ 'ਚ, ਆਪਦੇ ਆਲੇ ਦੁਆਲੇ ਜਿੱਥੇ ਵੀ ਇਹ ਫੁੱਲ ਖਿੜਿਆ ਵਾ ਇਹਨੇ ਆਪਦੀ ਮਹਿਕ। ਕਮਲ ਜੀ, ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ, ਸਾਡੇ ਪਾਠਕਾਂ ਨੂੰ ਆਪਣੀ ਕਵਿਤਾ ਤੋਂ ਜਾਣੂ ਕਰਾਇਆ। ਆਸ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਨਾਲ ਦੀ ਨਾਲ ਅਸੀਂ ਕਮਲ ਜੀ ਤੁਹਾਡੇ ਕੋਲੋਂ ਇਹ ਪੁੱਛਣਾ ਚਾਹਾਂਗੇ ਕਿ ਤੁਸੀਂ ਆਪਣੇ ਪਾਠਕਾਂ ਨੂੰ, ਸਰੋਤਿਆਂ ਨੂੰ ਕੋਈ ਸੁਨੇਹਾ, ਕੋਈ ਸੰਦੇਸ਼ ਦੇਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇੰਡੋ ਏਸ਼ੀਆ ਜਿਹੜਾ ਚੈਨਲ ਦਾ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਮੈਨੂੰ ਪਾਠਕਾਂ ਦੇ ਜਿਹੜਾ ਰੂਬਰੂ ਕੀਤਾ। ਬਾਕੀ ਮੇਰੀ ਇੰਨੀ ਮੱਤ ਜਾਂ ਬੁੱਧ ਨਹੀਂ ਕਿ ਮੈਂ ਪਾਠਕਾਂ ਨੂੰ ਕੋਈ ਸੰਦੇਸ਼ ਦੇ ਸਕਾਂ। ਫਿਰ ਵੀ ਮੈਂ ਇੱਥੇ ਇੱਕ ਬੇਨਤੀ ਕਰਨਾ ਜ਼ਰੂਰੀ ਸਮਝਦਾ, ਆਪਣਾ ਫਰਜ਼ ਸਮਝਦਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਲਾਇਬ੍ਰੇਰੀਆਂ ਦਾ ਨਿਰਮਾਣ ਜ਼ਰੂਰ ਕਰੀਏ। ਹਰ ਰੋਜ਼ ਖੁਦ ਪੜ੍ਹਨਾ ਸ਼ੁਰੂ ਕਰੀਏ ਤਾਂ ਜੋ ਸਾਨੂੰ ਵੇਖ ਕੇ ਸਾਡੇ ਬੱਚੇ ਜਿਹੜੇ ਆ ਉਹ ਪੜ੍ਹਨਾ ਸ਼ੁਰੂ ਕਰ ਦੇਣ। ਜੇਕਰ ਅਸੀਂ ਲਾਇਬ੍ਰੇਰੀਆਂ ਦਾ ਨਿਰਮਾਣ ਕਰਾਂਗੇ, ਸਾਹਿਤ ਗਤੀਵਿਧੀਆਂ ਦੇ ਵਿੱਚ ਵਾਧਾ ਕਰਾਂਗੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਇੱਕ ਤੋਹਫੇ ਦੇ ਤੌਰ ਤੇ ਸਾਹਿਤ ਨਾਲ ਜੋੜਨ ਦਾ ਜਿਹੜਾ ਉਹ ਕੰਮ ਕਰਾਂਗੇ। ਮੈਂ ਇੱਕ ਵਾਰ ਫੇਰ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਹਿਤ ਦੇ ਨਾਲ ਪਿਆਰ ਕਰੋ, ਵੱਧ ਤੋਂ ਵੱਧ ਆਪਣੇ ਸਾਹਿਤ ਨੂੰ ਪੜ੍ਹਨ ਦੀ ਕੋਸ਼ਿਸ਼ ਕਰੋ। ਸਾਰਿਆਂ ਦਾ ਧੰਨਵਾਦ ਜੀ।